ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ਲੋਕ ਸਹਿਸ ਕੀਰਤੀ ਮਹੱਲਾ ਪੰਜਵਾਂ 1359 ਅੰਗ ਤੇ 58ਵਾਂ ਪਾਵਨ ਸ਼ਲੋਕ ਬਖਸ਼ਿਸ਼ ਕਰ ਰਹੇ ਹਨ। ਸੋ ਜਿਵੇਂ ਸਤਿਗੁਰੂ ਕਲਗੀਧਰ ਪਿਤਾ ਮਹਾਰਾਜ ਨੇ ਬਚਨ ਕੀਤਾ, ਰੇ ਮਨ ਐਸੋ ਕਰ ਸੰਨਿਆਸਾ, ਬਾਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹਿ ਉਦਾਸਾ। ਸੋ ਬਾਨ ਸੇ ਜੰਗਲ ਦੇ ਤੁਲ ਮੰਨੋ ਸੰਸਾਰ ਨੂੰ, ਤੇ ਮਨ ਦੇ ਵਿੱਚ ਉਦਾਸ ਹੋ ਕੇ ਜਿਉਣਾ ਕਰੋ, ਬਰਾਗ ਧਾਰ ਕੇ ਜਿਉਣਾ ਕਰੋ। ਇਸੇ ਪ੍ਰਕਾਰ ਪੰਜਵੇਂ ਪਾਤਸ਼ਾਹ ਮਹਾਰਾਜ ਦਾ ਜੋ ਪਾਵਨ ਸ਼ਬਦ ਹੈ, ਸਤਿਗੁਰੂ ਮਹਾਰਾਜ ਸੰਸਾਰ ਨੂੰ ਉਜਾੜ ਰੂਪ ਵਰਣਨ ਕਰਦੇ ਹੋਏ ਉਪਦੇਸ਼ ਕਰ ਰਹੇ ਹਨ। ਉਦਿਆਨ ਬਸਨੰ ਸੰਸਾਰੰ ਸੰਬੰਧੀ ਸੁਆਨ ਸਿਆਲ ਖਰ ਹੈ। ਮਹਾਰਾਜ ਕਹਿਣ ਲੱਗੇ, ਹੈ ਭਾਈ, ਤਮਾਮ ਜੀਵ ਸੰਸਾਰ ਰੂਪ ਉਦਿਆਨ ਭਾਵ ਉਜਾੜ ਵਿੱਚ ਬਸਨੰ ਵਸ ਰਹੇ ਨੇ। ਜਿਵੇਂ ਪ੍ਰਤੱਖ ਉਜਾੜਾਂ ਵਿੱਚ ਕੂਕਰ, ਗਿੱਦੜ, ਗਧੇ ਆਦਿਕ ਤੁਰੇ ਫਿਰਦੇ ਹੁੰਦੇ ਨੇ, ਐਵੇਂ ਹੀ ਸੰਸਾਰ ਉਜਾੜ ਵਿੱਚ ਕੁੱਤੇ, ਗਿੱਦੜ ਤੇ ਗਧੇ ਕਿਹੜੇ ਹਨ? ਮਹਾਰਾਜ ਕਹਿੰਦੇ ਜਿਹੜੇ ਤਾਂ ਲੋਭ ਵਿਸ਼ਿਸ਼ਟ ਸੰਬੰਧੀ ਹੈ, ਰਿਸ਼ਤੇਦਾਰ ਹੈ, ਸੰਸਾਰ ਉਜਾੜ ਵਿੱਚ ਸਵਾਨ ਨੇ, ਕੂਕਰ ਹਨ। ਤੇ ਜਿਹੜੇ ਕਪਟੀ ਛਲੀਏ ਤੇ ਆਲਸ ਵਿਸ਼ਿਸ਼ਟ ਸੰਬੰਧੀ ਹੈ, ਇਹ ਸਿਆਲ ਭਾਵ ਗਿੱਦੜ ਹਨ, ਜੋ ਸਾਰਾ ਦਿਨ ਖੱਟ ਕਮਾ ਕੇ ਆਪਣੇ ਘਰ ਲਿਆ ਕੇ ਪਰਿਵਾਰ ਨੂੰ ਸਭ ਕੁਝ ਦੇਣ ਵਾਲੇ ਸੰਬੰਧੀ ਹਨ। ਉਹ ਜੋ ਐਸੇ ਹਨ, ਉਹ ਭਾਰ ਚੁੱਕਣ ਵਾਲੇ ਖਰ ਹੈ ਭਾਵ ਖੋਤੇ ਤੇ ਗਧੇ ਹਨ। ਜਿਵੇਂ ਪ੍ਰਤੱਖ ਉਜਾੜ ਵਿੱਚ ਬੜੇ ਬੜੇ ਕਠਨ ਸਥਾਨ ਹੁੰਦੇ ਨੇ ਅਤੇ ਡਾਕੂ ਲੋਕ ਸ਼ਰਾਬ ਦੀ ਭੱਠੀ ਲਗਾ ਕੇ ਮੱਟੀਆਂ ਰੱਖ ਛੱਡਦੇ ਹਨ। ਪਾਣੀ ਦੇ ਭੁਲੇਖੇ ਆਏ ਹੋਏ ਰਾਹੀਆਂ ਨੂੰ ਸ਼ਰਾਬ ਪਿਲਾ ਕੇ ਫਿਰ ਕੱਪੜੇ ਲਾ ਲੈਂਦੇ ਨੇ। ਇਸੇ ਪ੍ਰਕਾਰ ਹੀ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਬਿਖਮ ਸਥਾਨ ਮਨ ਮੋਹ ਮਦਰਿੰ ਮਹਾ ਅਸਾਧ ਪੰਚ ਤਸਕਰ ਹੈ। ਸਤਿਗੁਰੂ ਫਰਮਾਉਂਦੇ ਨੇ, ਸੰਸਾਰ ਉਜਾੜ ਵਿੱਚ ਬਿਖਮ ਸਥਾਨ ਮਨ ਦਾ ਰੋਕਣਾ ਹੀ ਕਠਨ ਸਥਾਨ ਹੈ, ਤੇ ਕਾਮ ਕ੍ਰੋਧ ਆਦਿ ਵਿਕਾਰਾਂ ਰੂਪ ਪੰਜ ਅਸਾਧ ਚੋਰ ਨੇ। ਇਹ ਚੋਰ ਜਿਹੜੇ ਆ, ਇਹ ਮੋਹ ਦੀ ਮਦਰਾ ਹੁੰਦੀ ਸ਼ਰਾਬ। ਇੱਥੇ ਲਿਖਿਆ ਮਦਰਿੰਗ, ਰਾਰੇ ਤੇ ਟਿੱਪੀ ਰੰਗ। ਸੰਥਿਆ ਵਾਲੀ ਸੀਡੀ ਸੁਣ ਲਓ, ਉਹਦੇ ਨਾਲ ਪਤਾ ਲੱਗ ਜੂ। ਜਿਆਦੇ ਸ਼ੁੱਧ ਸੰਥਿਆ ਜੀ ਦਾ ਨਾਮ ਹੈ। ਸੋ ਉਹ ਸੀਡੀ ਦੇ ਵਿੱਚ ਆਪਾਂ ਨੇ ਮੁਹਾਰਨੀ, ਟਿੱਪੀਆਂ, ਬਿੰਦੀਆਂ ਸਿਖਾਈਆਂ ਹੋਈਆਂ ਲਾ ਕੇ 7 ਬਾਣੀਆਂ ਦੀ ਸੰਥਿਆ ਵੀ ਹੈ। ਸੋ ਮਹਾਰਾਜ ਕਹਿੰਦੇ, ਮੋਹ ਰੂਪ ਸ਼ਰਾਬ ਨੂੰ ਪਿਲਾ ਕੇ ਜਪ ਤਪ ਆਦਿ ਸ਼ੁਭ ਗੁਣਾ ਰੂਪ ਕੱਪੜੇ ਖੋਹ ਲੈਂਦੇ ਨੇ। ਜਿਵੇਂ ਪ੍ਰਤੱਖ ਉਜਾੜ ਵਿੱਚ ਦਿਸ਼ਾ ਭਰਮ ਹੋਣ ਕਰਕੇ ਜੀਵ ਭਰਮ ਜਾਂਦੇ ਆ, ਤੇ ਉਜਾੜ ਵਿੱਚ ਡਾਕੂ ਜਿਹੜੇ ਆ ਉਹ ਬੇਹੋਸ਼ ਕਰ ਦਿੰਦੇ ਤੇ ਚੋਰ ਫਾਹੀ ਪਾ ਦਿੰਦੇ ਨੇ ਜੀਵ ਨੂੰ। ਇੱਧਰ ਸੰਬੰਧੀ ਵੀ ਸਾਡੇ ਇਹੀ ਕੰਮ ਕਰਦੇ ਸਾਰੇ। ਉਹ ਕੀ ਕਰਦੇ ਨੇ? ਹੀਤ ਮੋਹ ਭੈ ਭਰਮ ਪ੍ਰਮਣੰ ਅਹੰ ਫਾਸ ਤੀਖਣ ਕਠਨਾ ਹੈ। ਸੰਸਾਰ ਉਜਾੜ ਵਿੱਚ ਜੋ ਸੰਬੰਧੀਆਂ ਵਿੱਚ ਹੀਤ ਮੋਹ ਗੂੜਾ ਪਿਆਰ ਕਰਨਾ ਹੈ, ਹੀਤੂਆਂ ਦੇ ਮੋਹ ਵਿੱਚ ਜਿਹੜਾ ਬੇਤੀ ਦਾ ਖਚਤ ਹੋ ਜਾਣਾ ਹੈ, ਸੋ ਇਹੀ ਦਿਮਾਗ ਦਾ ਚਕਰਾਉਣਾ ਜਾਂ ਮੂਰਛਾ ਹੋਣੀ ਹੈ। ਭੈ ਭਰਮ ਪ੍ਰਮਣੰ, ਭੈ ਅਤੇ ਭਰਮ ਕਰਕੇ ਜੋ ਭਾਉਣਾ ਹੁੰਦਾ, ਫਿਰਨਾ ਹੁੰਦਾ ਹੈ, ਇਹੀ ਦਿਸ਼ਾ ਭਰਮ ਹੋਣਾ। ਅਹੰ ਫਾਸ ਉੱਤੇ ਬਿੰਦੀ ਹੈ, ਅਹੰ ਫਾਸ ਤੀਖਣ। ਹੰਗਤਾ ਰੂਪ ਫਾਹੀ ਹੈ, ਜੋ ਹੰਗਤਾ ਰੂਪ ਫਾਹੀ ਪੈਣ ਨੂੰ ਬੜੀ ਤਿੱਖੀ ਹੈ, ਝਾਟੀ ਹੰਗਤਾ ਕਰ ਲੈਂਦਾ। ਤੇ ਨਿਵਰਤ ਹੋਣ ਨੂੰ ਜੋ ਬੜੀ ਕਠਿਨ ਹੈ, ਜੋ ਚੋਰਾਂ ਦੀ ਫਾਹੀ ਤੋਂ ਛੁੱਟ ਵੀ ਜਾਵੇ ਤਾਂ ਜੀਵ ਆਪਣੇ ਅੱਗੇ 2 ਔਂਕੜਾਂ ਫਿਰ ਹੋਰ ਆ ਜਾਂਦੀਆਂ ਨੇ ਜੀਵ ਵਾਸਤੇ। ਕਿਹੜੀਆਂ? ਇੱਕ ਅੱਗ ਦੇ ਭਾਂਬੜ ਜੰਗਲ 'ਚ ਜੇ ਅੱਗ ਲੱਗੀ ਹੋਵੇ, ਦੂਜਾ ਚਲੋ ਚੰਗੇ ਭਲੇ ਚੱਲੇ ਸੀ, ਅੱਗੇ ਨਦੀ ਆ ਗਈ। ਹੁਣ ਨਦੀ ਦਾ ਪ੍ਰਵਾਹ ਜੰਗਲੀ ਲੰਘਣਾ ਬੜਾ ਔਖਾ, ਕਿਉਂਕਿ ਉਜਾੜਾਂ ਵਿੱਚ ਜਿਹੜੇ ਚੋਰ ਹੁੰਦੇ ਨੇ ਮਨੁੱਖ ਦੇ ਦੋਨੋਂ ਰਸਤੇ ਬੰਦ ਕਰ ਦਿੰਦੇ ਨੇ। ਇੱਕ ਪਾਸੇ ਤਾਂ ਨਦੀ ਦਾ ਪ੍ਰਵਾਹ ਚੱਲਿਆ ਹੁੰਦਾ, ਦੂਜੇ ਪਾਸੇ ਅੱਗ ਲਾ ਦਿੰਦੇ ਨੇ, ਐਵੇਂ ਕੋਈ ਮਨੁੱਖ ਨਿਕਲ ਨਾ ਸਕੇ ਇੱਧਰ ਉੱਧਰ। ਇਸੇ ਪ੍ਰਕਾਰ ਹੀ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਪਾਵਕ ਤੋ ਅਸਾਧ ਘੋਰੰ ਅਗਮ ਤੀਰ ਨਹਿ ਲੰਘਨ ਹੈ। ਸੰਸਾਰ ਉਜਾੜ ਵਿੱਚ ਇੱਕ ਪਾਸੇ ਤਾਂ ਨਾ ਸਾਧੀ ਜਾਣ ਵਾਲੀ ਮਾਇਆ ਦੀ ਤ੍ਰਿਸ਼ਨਾ ਰੂਪ ਅੱਗ ਬਲ ਰਹੀ ਹੈ, ਤੇ ਦੂਜੇ ਪਾਸੇ ਘੋਰੰ ਭਿਆਨਕ ਆਸਾ ਰੂਪ ਨਦੀ ਹੈ, ਜਿਸ ਵਿੱਚ ਪਦਾਰਥਾਂ ਰੂਪ ਤੋਆ ਹੁੰਦਾ ਜਲ ਹੈ,
ਤੇ ਆਗਮ ਮਨ ਦੀ ਗਮਤਾ ਤੋਂ ਪਰੇ ਜੋ ਪਾਰਲਾ ਤੀਰ ਕਿਨਾਰਾ ਵਿਰਾਗ ਹੈ, ਸੋ ਮੋਕਸ਼ ਰੂਪ ਹੈ ਜਾਂ ਵਿਰਾਗ ਕਹਿ ਲਓ ਜਾਂ ਮੋਕਸ਼ ਰੂਪ, ਉਹ ਬੜਾ ਕਠਨ ਹੈ। ਸੋ ਜਿਸ ਕਰਕੇ ਇਸ ਨਦੀ ਤੋਂ ਪਾਰ ਨਹੀਂ ਲੰਘਣਾ, ਲੰਘਿਆ ਨਹੀਂ ਜਾ ਸਕਦਾ। ਆਸਾਂ ਤੋਂ ਰਹਿਤ ਹੋਣਾ ਹੀ ਅਸਲ 'ਚ ਪਾਰ ਲੰਘਣਾ ਸੀ, ਆਸਾਂ ਨੇ ਸਾਨੂੰ ਛੱਡਿਆ ਨਹੀਂ। ਜੇ ਪਾਰ ਲੰਘਣਾ ਹੋਵੇ ਤਾਂ ਕਿਸ ਪ੍ਰਕਾਰ ਲੰਘਿਆ ਜਾ ਸਕਦਾ ਹੈ। ਭਜ ਸਾਧ ਸੰਗ ਗੋਪਾਲ ਨਾਨਕ, ਹਰ ਚਰਨ ਸਰਣ ਉਧਣ ਕਿਰਪਾ। ਸਾਧ ਸੰਗ ਤੋਂ ਭਾਵ ਸਤਸੰਗਤ ਦੇ ਚਰਨਾਂ ਦੀ ਸ਼ਰਨ ਗ੍ਰਹਿਣ ਕਰਕੇ ਹਰੀ ਗੋਪਾਲ ਦੇ ਨਾਮਾਂ ਨੂੰ ਭਜ ਸਿਮਰਨਾ ਕਰੇ ਤਾਂ ਉਸ ਪ੍ਰਭੂ ਦੀ ਕਿਰਪਾ ਕਰਕੇ ਨਦੀ ਤੋਂ ਉਧਰਨਾ ਤਰਨਾ ਹੁੰਦਾ। ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਕਿ ਸਤਸੰਗ ਦੁਆਰੇ ਗੋਪਾਲ ਨੂੰ ਭਜਣਾ ਕਰੇ ਤੇ ਹਰੀ ਦੇ ਚਰਨਾਂ ਦੀ ਸ਼ਰਨ ਗ੍ਰਹਿਣ ਕਰੇ ਤਾਂ ਉਸ ਵਾਹਿਗੁਰੂ ਦੀ ਕਿਰਪਾ ਨਾਲ ਜੀਵ ਦਾ ਤਰਨਾ ਹੁੰਦਾ। ਕਿਰਪਾ ਕਰੰਤ ਗੋਬਿੰਦ ਗੋਪਾਲ ਹੈ, ਸਗਲਿਅੰ ਰੋਗ ਖੰਡਨ ਹੈ। ਮਹਾਰਾਜ ਕਹਿੰਦੇ ਜਿਨ੍ਹਾਂ ਗੁਰਮੁਖਾਂ ਉੱਪਰ ਗੋਬਿੰਦ ਗੋਪਾਲ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਹੈ, ਉਹਨਾਂ ਦੇ ਸਾਰੇ ਹੀ ਰੋਗ ਦੁੱਖ ਜਿਹੜੇ ਹੁੰਦੇ ਨੇ ਖੰਡਨ ਨਾਸ ਹੋ ਜਾਂਦੇ ਨੇ। ਹੰਕਾਰ ਆਦਿਕ ਸਾਰੇ ਰੋਗ ਖੰਡੇ ਜਾਂਦੇ ਨੇ। ਸਾਧ ਸੰਗੇਣ ਗੁਣ ਰਮਤ ਨਾਨਕ, ਸਰਣ ਪੂਰਨ ਪਰਮੇਸ਼ਵਰ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਥਨ ਕਰਦੇ ਹਨ, ਜੋ ਸੰਤਾਂ ਦੇ ਨਾਲ ਮਿਲ ਕੇ ਵਾਹਿਗੁਰੂ ਦੇ ਜਸ ਕਰਨ ਰੂਪ ਸ਼ੁਭ ਗੁਣਾਂ ਨੂੰ ਰਮਤ ਭਾਵ ਉਚਾਰਦੇ ਨੇ, ਉਹ ਜਿਹੜੇ ਜੀਵ ਨੇ ਉਹ ਪੂਰਨ ਪਰਮੇਸ਼ਰ ਦੇ ਚਰਨਾਂ ਦੀ ਸ਼ਰਨ ਨੂੰ ਗ੍ਰਹਿਣ ਕਰਦੇ ਹਨ। ਫਿਰ ਬੇਨਤੀ ਕੀਤੀ ਹੈ ਕਿ ਮਹਾਰਾਜ ਇਹ ਬੰਦੇ ਦੀ ਸੰਗਤ ਕਿਹੜੇ ਕਿਹੜੇ ਬੰਦੇ ਤੋਂ ਆਪਾਂ ਨੂੰ ਸੁਚੇਤ ਰਹਿਣਾ ਚਾਹੀਦਾ। ਸਤਿਗੁਰੂ ਇਹਦੇ ਵਿੱਚ ਇੱਕ ਨੀਤੀ ਦਾ ਬਚਨ ਦੱਸਦੇ ਨੇ ਇਸ ਪ੍ਰਕਾਰ, ਸਿਆਮਲੰ ਮਧੁਰ ਮਾਨੁਖਯੰ ਹ੍ਰਿਦਯੰ ਭੂਮ ਵੈਰਣ ਹੈ। ਮਹਾਰਾਜ ਪਹਿਲਾ ਭਾਵ ਇਹ ਦੱਸਦੇ ਆ ਵੀ ਜਿਹੜਾ ਪੁਰਸ਼ ਸਿਆਮਲੰ ਕਾਲੇ ਰੰਗ ਵਾਲਾ ਹੋਵੇ ਤਾਂ ਕੱਦ ਵਿੱਚ ਮਧੁਰਾ ਹੋਵੇ, ਨਿਜਮੈ ਕਿ ਤਿਸ ਦੇ ਹ੍ਰਿਦਯੰ ਭੂਮ, ਹਿਰਦੇ ਰੂਪ ਧਰਤੀ ਵਿੱਚ ਹਮੇਸ਼ਾ ਵੈਰਣ ਵੈਰ ਭਾਵ ਟਿਕਿਆ ਹੀ ਰਹਿੰਦਾ। ਨਿਵੰਤ ਹੋਵੰਤ ਮਿਥਿਆ ਚੇਤਨੰ ਸੰਤ ਸਵੱਜਨ ਹੈ। ਸਵੱਜਨ ਹੈ ਕਰਕੇ ਪਾਠ ਬੋਲਣਾ, ਸੱਸੇ ਔਂਕੜ ਐੜਾ ਜੱਜਾ ਨੰਨਾ ਹਾਹਾ ਸਵੱਜਨ ਹੈ, ਬੋਲਣ ਵਿੱਚ ਇਉਂ ਆਉਣਾ ਇਹਨੇ। ਐਸੇ ਕਾਲੇ ਰੰਗ ਵਾਲੇ ਤੇ ਮਧਰੇ ਬੰਦੇ ਦਾ ਦੂਸਰਿਆਂ ਅੱਗੇ ਜਿਹੜਾ ਨਿਵੰਤ ਨਿਭਣਾ ਹੈ, ਇਹ ਮਿਥਿਆ ਭਾਵ ਝੂਠਾ ਹੁੰਦਾ। ਐਸੇ ਪੁਰਸ਼ਾਂ ਤੋਂ ਸੱਜਣ ਜਨ ਸੰਤ ਜਨ ਹਮੇਸ਼ਾ ਹੀ ਸੁਚੇਤ ਰਹਿੰਦੇ ਨੇ। ਹੁਣ ਇਹਦਾ ਅੰਤਰੀਵ ਭਾਵ ਦੱਸਦੇ ਨੇ, ਸਿਆਮਲੰ ਮਧੁਰ ਮਾਨੁਖਯੰ ਹ੍ਰਿਦਯੰ ਭੂਮ ਵੈਰਣ ਹੈ। ਸਿਆਮ ਰੰਗ ਵਾਲੇ ਭਗਵਾਨ ਦੀ ਮਧੁਰ ਸੁੰਦਰ ਮੂਰਤੀ ਦਾ ਧਿਆਨ ਜਿਸ ਮਨੁੱਖ ਦੀ ਹਿਰਦੇ ਰੂਪ ਭੂਮੀ 'ਚ ਵਸਿਆ, ਉਸ ਮਨੁੱਖ ਦੇ ਹਿਰਦੇ 'ਚ ਵੈਰਣ ਹੈ, ਵੈਰ ਭਾਵ ਨਹੀਂ ਰਹਿੰਦਾ। ਇੱਥੇ ਵੈਰਣ ਹੈ ਅਲੱਗ-ਅਲੱਗ ਕਰ ਲੈਣਾ। ਜੋ ਸਿਆਮ ਆਦਿਕ ਰੂਪਾਂ ਨੂੰ ਧਾਰਨ ਵਾਲਾ ਮਾਇਆ ਸਬਲ ਬ੍ਰਹਮ ਹੈ, ਉਹ ਜਿਸ ਮਨੁੱਖ ਨੂੰ ਮਧੁਰ ਪਿਆਰਾ ਲੱਗਾ, ਉਹਦੀ ਹਿਰਦੇ ਰੂਪ ਭੂਮੀ ਵਿੱਚ ਫਿਰ ਵੈਰ ਨਹੀਂ ਰਹਿੰਦਾ। ਅਥਵਾ ਇਹ ਵੀ ਸਿਆਣਿਆਂ ਨੇ ਦੱਸਿਆ ਕਿ ਸਿਆਮਲੰਗ ਇੱਕ ਸਿਆਮਲੰਗ ਹੁੰਦਾ ਸੁੰਦਰ ਤੇ ਮਧੁਰ ਹੁੰਦਾ ਮਿੱਠੀਆਂ ਗੱਲਾਂ ਕਰਨ ਵਾਲਾ ਸੋਹਣਾ ਬੰਦਾ। ਮਾਨੁਖਯੰ ਜਿਹੜਾ ਉਹ ਹਿਰਦੇ ਰੂਪ ਧਰਤੀ 'ਚ ਵੈਰ ਰੱਖਦਾ। ਚੋਰ ਸਵਾਲਿਓ ਚੋਰ ਸਿਆਣਾ, ਚੋਰ ਇਹੋ ਜਿਹੇ ਹੁੰਦੇ ਨੇ, ਸੋਹਣੇ ਵੀ ਹੁੰਦੇ ਆ, ਮਧੁਰ ਮਿੱਠਾ ਵੀ ਬੋਲਦੇ ਆ, ਠੱਗ ਵੀ ਇਹੋ ਜਿਹੇ ਹੁੰਦੇ ਨੇ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਇਹਦੇ ਕਈ ਭਾਵ ਦੱਸ ਰਹੇ ਹਨ। ਇਸ ਤਰ੍ਹਾਂ ਸੁਚੇਤ ਰਹਿਣਾ, ਨਿਵੰਤ ਹੋਵੰਤ ਮਿਥਿਆ ਚੇਤਨੰ ਸੰਤ ਸਵੱਜਨ ਹੈ। ਐਸੇ ਪੂਰਨ ਕਰਨੀ ਵਾਲੇ ਮਹਾਤਮਾ ਦੇ ਚਰਨਾਂ ਤੇ ਜਿਹੜੇ ਮਨੁੱਖ ਸ਼ਰਧਾ ਨਾਲ ਨਿਵੰਤ ਨਿਆਉਂਦੇ ਹਨ, ਭਾਵ ਨਮਸਕਾਰ ਕਰਦੇ ਆ, ਉਹਨਾਂ ਨੂੰ ਸੰਸਾਰ ਮਿਥਿਆ ਪ੍ਰਤੀਤ ਹੋਣ ਲੱਗ ਪੈਂਦਾ। ਐਸੇ ਸੱਜਣ ਸੰਤ ਚੇਤਨ ਪ੍ਰਭੂ ਦਾ ਸਰੂਪ ਹੀ ਹਨ। ਦੂਜੇ ਭਾਵ ਜਿਹੜਾ ਦੱਸਿਆ ਠੱਗ ਲੋਕ ਹੁੰਦੇ, ਨਿਵੰਤ ਹੋਵੰਤ ਮਿਥਿਆ, ਉਹਨਾਂ ਦਾ ਜਿਹੜਾ ਆ ਕੇ ਝੁਕਣਾ ਹੈ, ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹੇ। ਉਹ ਜਿਹੜੇ ਲੋਕ ਝੁਕਦੇ ਨੇ, ਕਈ ਇਉਂ ਝੁਕਦੇ ਨੇ, ਅਗਲਾ ਤਾਂ ਸਮਝਦਾ ਬੜਾ ਝੁੱਕ ਕੇ ਮੱਥਾ ਟੇਕਦਾ, ਉਦੋਂ ਹੀ ਪਤਾ ਲੱਗਦਾ ਜਦ ਪੈਸੇ ਹੀ ਚੁੱਕ ਕੇ ਲੈ ਜਾਂਦਾ ਗੋਲਕ ਤੋਂ। ਤੇ ਇਸ ਪ੍ਰਕਾਰ ਉਹ ਕਈ ਵਾਰ ਮੱਥਾ ਟੇਕਦਾ, ਉਹ ਕਈ ਠੱਗੀਆਂ ਵਾਸਤੇ ਝੁਕਦੇ, ਕਈ ਦੂਜੇ ਨੂੰ ਮਾਰਨ ਲਈ ਝੁਕਦੇ ਨੇ। ਚੇਤਨੰ ਸੰਤ ਸਵੱਜਨਾ ਹੈ, ਸਾਧੂ ਜਨ ਸਾਵਧਾਨ ਰਹੋ। ਇਹੋ ਜਿਹੇ ਬਾਹਲੇ ਜਿਹੜੇ ਝੁਕ ਆਉਂਦੇ ਆ, ਕਿਉਂਕਿ ਜ਼ਿੰਦਗੀ ਲੰਘ ਗਈ ਹੁਣ ਤਾਂ ਦੂਰੋਂ ਹੀ ਪਤਾ ਲੱਗ ਜਾਂਦਾ ਸ਼ਕਲ ਦੇਖ ਕੇ ਬੰਦੇ ਦਾ, ਆਉਂਦੇ ਦਾ, ਬੈਠਦੇ ਦਾ, ਗੱਲਾਂ ਦਾ, ਬੋਲਣ ਦਾ ਸਭ ਢੰਗ ਤਰੀਕਾ, ਕਿੱਥੇ ਕੁ ਖੜਾ ਹੈ, ਕੀ ਸੋਚਦਾ ਹੈ, ਟਿਕਾਓ 'ਚ ਹੈ, ਅਣਟਿਕਾਓ 'ਚ ਹੈ, ਚੰਚਲ ਹੈ, ਚੋਰ ਹੈ, ਠੱਗ ਹੈ। ਸੋ ਇਸ ਪ੍ਰਕਾਰ ਕਈ ਪ੍ਰਕਾਰ ਦੀਆਂ ਚੀਜ਼ਾਂ ਸਤਿਗੁਰੂ ਦੱਸਦੇ ਨੇ।
ਅਚੇਤ ਮੂੜਾ ਨਾ ਜਾਣੰਤ ਘਟੰਤ ਸਵਾਸਾ ਨਿਤ ਪ੍ਰਤੇ। ਜੀਵ ਦੀ ਪ੍ਰਮਾਤਮਾ ਹੀ ਕਥਨ ਕਰਦੇ ਨੇ। ਦੇਖੋ ਇਹ ਬੰਦਾ ਕਿੰਨਾ ਕਹਿੰਦੇ ਮੂਰਖ ਆਦਮੀ ਹੈ। ਮੂੜਾ ਮੂਰਖ ਪੁਰਸ਼ ਅਚੇਤ ਅਗਿਆਨਤਾ ਸਹਿਤ ਹੋਣ ਕਰਕੇ ਆਪਣੇ ਚਿੱਤ ਵਿੱਚ ਕੁਝ ਜਾਣਦਾ ਹੀ ਨਹੀਂ ਹੈ ਕਿ ਨਿਤਾ ਪ੍ਰਤੀ ਮੇਰੇ 24,000 ਸਵਾਸ ਘਟਦੇ ਜਾ ਰਹੇ ਹਨ। ਸ਼ਾਸਤਰ ਗਿਆਨ ਵੱਲੋਂ ਮੂੜ ਹੈ ਤੇ ਪਰਮਾਰਥ ਵੱਲੋਂ ਵੀ ਅਚੇਤ ਹੈ। ਛਿਜੰਤ ਮਹਾ ਸੁੰਦਰੀ ਕਾਇਆ ਕਾਲ ਕੰਨਿਆ ਗ੍ਰਾਸਤੇ। ਜਿਸ ਦੇਹ ਨੂੰ ਮੱਖਣਾ ਨਾਲ ਪਾਲਦਾ ਤੇ ਪਾਊਡਰ ਆਦਿਕ ਮਲਦਾ, ਸਾਬਣ ਤੇਲ ਲਾਉਂਦਾ, ਖੁਸ਼ਬੂਆਂ ਲਾਉਂਦਾ, ਇਹ ਮਹਾਂ ਬੜੀ ਸੁੰਦਰ, ਮਹਾਂ ਤੋਂ ਭਾਵ ਬੜੀ ਸੁੰਦਰ ਜਿਹੜੀ ਕਾਇਆ ਹੈ, ਦੇਹ ਹੈ, ਰਾਤ ਦਿਨ ਦੀ ਸੰਗਿਆ ਕਰਕੇ ਛਜੰਤ ਨਾਸ ਹੁੰਦੀ ਜਾ ਰਹੀ ਹੈ। ਕਾਲ ਦੀ ਕੰਨਿਆ ਲੜਕੀ ਜੋ ਮੌਤ ਹੈ ਜਾਂ ਬ੍ਰਿਧ ਅਵਸਥਾ ਹੈ, ਉਹ ਇਹਨੂੰ ਗ੍ਰਾਸ ਤੇ ਗ੍ਰਸਦੀ ਜਾ ਰਹੀ ਹੈ। ਰਚੰਤ ਪੁਰਖ ਹੈ ਕੁਟੰਬ ਲੀਲਾ ਅਨਿਤ ਆਸਾ ਵਿਖਿਆ ਵਿਨੋਦ। ਪਰ ਇਹ ਪ੍ਰਮਾਦੀ ਬੰਦਾ ਜਿਹੜਾ ਕੁਟੰਬ ਪਰਿਵਾਰ ਦੀ ਲੀਲਾ ਵਿੱਚ ਰਚੰਤ ਰਚ ਰਿਹਾ ਤੇ ਅਨਿਤ ਝੂਠੇ ਪਦਾਰਥਾਂ ਦੀ ਆਸਾ ਕਰ ਰਿਹਾ ਤੇ ਵਿਸ਼ਿਆਂ ਦੇ ਵਿਨੋਦ ਹੁੰਦਾ, ਕੌਤਕਾਂ 'ਚ ਲੱਗ ਰਿਹਾ ਹੈ। ਪਰ ਜੀਵ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਵਿਸ਼ਿਆਂ ਦੇ ਭੋਗਣ ਨਾਲ ਮੇਰੇ ਸਵਾਸ ਘਟ ਰਹੇ ਨੇ। ਬੈਸਤ 12 ਚਲਤ 18 ਸੋਵਤ ਜਾਵੈ 30 ਮੈਥਨ ਕਰਤੇ 64 ਜਾਵੈ ਕਿਉਂ ਨਾ ਭਜੈ ਜਗਦੀਸ਼। ਬੈਠਿਆਂ ਜਿੰਨੇ ਸਮੇਂ 'ਚ 12 ਸਾਹ ਨਿਕਲਦੇ ਆ, ਚੱਲਦਿਆਂ ਉਨੇ ਸਮੇਂ 'ਚ ਹੀ 18 ਨਿਕਲਦੇ ਆ, ਸੁੱਤਿਆਂ ਪਿਆ ਉਨੇ ਸਮੇਂ 'ਚ 30 ਸਾਹ ਨਿਕਲ ਜਾਂਦੇ ਆ। ਵਿਸ਼ੇ ਵਿਕਾਰਾਂ ਵਿੱਚ ਪ੍ਰਵਿਰਤ ਹੋਣ ਨਾਲ ਉਨੇ ਸਮੇਂ 'ਚ 64 ਸਾਹ ਨਿਕਲਦੇ ਆ। ਕਿਉਂ ਨਾ ਭਜੈ ਜਗਦੀਸ਼। ਫਿਰ ਤੂੰ ਬਹਿ ਕੇ ਰੱਬ ਦਾ ਨਾਮ ਲੈ ਤਾਂ। ਜੋ ਵਿਸ਼ੇ ਅਨਿਤ ਝੂਠੇ ਨੇ, ਵਿਨੋਦ ਖੁਸ਼ੀਆਂ ਜਿਹੜੀਆਂ ਖੁਸ਼ੀਆਂ ਸਹਿਤ ਉਹਨਾਂ ਹੀ ਵਿਸ਼ਿਆਂ ਦੀ ਆਸਾ ਕਰ ਰਿਹਾ। ਪਰਮੰਤ ਪਰਮੰਤ ਬਹੁ ਜਨਮ ਹਾਰਿਓ ਸਰਣ ਨਾਨਕ ਕਰੁਣਾ ਮਾਇਆ ਹੈ। ਇਸ ਤਰ੍ਹਾਂ ਇਹ ਪ੍ਰਮਾਤਮਾ ਹੀ ਕਰਕੇ ਜੀ ਬਹੁਤ ਹੀ ਜੂਨਾਂ ਵਿੱਚ ਪਰਮੰਤ ਫਿਰਦਾ ਫਿਰਦਾ ਹਾਰਿਓ ਥੱਕ ਜਾਂਦਾ। ਮਹਾਰਾਜ ਫਰਮਾਉਂਦੇ ਬਚਨ ਕਿ ਇਸ ਜਨਮ ਮਰਨ ਦੇ ਗੇੜੇ ਤੋਂ ਬਚਣ ਵਾਸਤੇ ਗੁਰਮੁਖਾਂ ਨੇ ਕਰੁਣਾ ਮਾਇਆ ਹੈ, ਕਿਰਪਾ ਸਰੂਪ ਅਕਾਲ ਪੁਰਖ ਦੀ ਸ਼ਰਨ ਗ੍ਰਹਿਣ ਕੀਤੀ ਹੈ, ਤਾਂ ਤੇ ਤੁਸੀਂ ਵੀ ਉਸ ਵਾਹਿਗੁਰੂ ਦੀ ਸ਼ਰਨ ਗ੍ਰਹਿਣ ਕਰੋ। ਜੋ ਜ਼ੁਬਾਨ ਬੋਲਣ ਦਾ ਤੇ ਰਸਾਂ ਦੇ ਚੱਖਣ ਦਾ ਕੰਮ ਕਰਦੀ ਆ, ਉਹਨੂੰ ਗੁਰੂ ਸਾਹਿਬ ਜੀ ਉਪਦੇਸ਼ ਦਿੰਦੇ ਨੇ। ਇੱਥੇ ਜਿਵੇਂ ਆਨੰਦ ਸਾਹਿਬ ਦੇ ਅਖੀਰ ਤੇ ਉਪਦੇਸ਼ ਦਿੱਤਾ, ਸਾਰੀਆਂ ਇੰਦਰੀਆਂ ਨੂੰ ਇੱਥੇ ਵੀ ਮਹਾਰਾਜ ਜ਼ੁਬਾਨ ਨੂੰ ਉਪਦੇਸ਼ ਕਰਦੇ ਹਨ। ਸਤਿਗੁਰੂ ਫਰਮਾਉਂਦੇ ਹਨ ਪਾਵਨ ਬਚਨ, ਏ ਜਿਹਵੇ ਹੇ ਰਸਗੇ ਮਧੁਰ ਪ੍ਰਿਯ ਤੁਯੰ। ਇਹ ਜਿਹਵੇ ਹੇ ਰਸਗੇ, ਰਸਾਂ ਦੀ ਗਿਆਤੇ, ਤੁਯੰ ਤੈਨੂੰ ਮਧੁਰ ਮਿੱਠੇ ਮਿੱਠੇ ਪਦਾਰਥ ਬੜੇ ਪਿਆਰੇ ਲੱਗ ਰਹੇ ਨੇ। ਹੇ ਜਿਹਵੇ ਹੇ ਰਸਗੇ ਮਧੁਰ ਪ੍ਰਿਯ ਤੁਯੰ। ਇਹ ਜੇਵਾ ਤਾਂ ਹੈ ਕਿ ਬੋਲਦੀ ਜ਼ੁਬਾਨ ਹੈ ਤੇ ਰਸਗੇ ਰਸ ਲੈਂਦੀ ਹੈ, ਮਿੱਠਾ ਕੌੜਾ ਕਸੈਲਾ ਵੀ ਦੱਸਦੀ ਹੈ, ਕਰਮ ਇੰਦਰੀ ਵੀ ਹੈ, ਗਿਆਨ ਇੰਦਰਾ ਵੀ ਹੈ। ਸਤ ਹਤੰ ਪਰਮ ਬਾਦੰ ਆਵਰਤ ਇਥੈ ਸੁਧ ਅਛਣ ਹੈ, ਗੋਬਿੰਦ ਦਾਮੋਦਰ ਮਾਧਵੇ। ਇਹਨਾਂ ਪਦਾਰਥਾਂ ਦੇ ਰਸਾਂ 'ਚ ਲੱਗ ਕੇ ਸੋ ਸੱਚ ਬੋਲਣ ਵੱਲੋਂ, ਸਤਨਾਮ ਜਪਣ ਵੱਲੋਂ ਤੂੰ ਹਤੰ ਮਰੀ ਪਈ ਹੈ ਤੇ ਪਰਮ ਬੜੇ ਬੜੇ ਬਾਦੰ ਝਗੜਿਆਂ ਨੂੰ ਕਰ ਰਹੀ ਹੈ। ਇਥੈ ਇਹ ਜੋ ਸ਼ੁੱਧ ਅਛਣ ਅੱਖਰ ਨੇ, ਗੋਬਿੰਦ ਦਾਮੋਦਰ ਮਾਧਵੇ ਪ੍ਰਭੂ ਦੇ ਨਾਮ ਹੈ, ਇਹਨਾਂ ਵਿੱਚ ਤੂੰ ਆਵਰਤ, ਇੱਕ ਤਾਂ ਹੁੰਦਾ ਵਰਤਣਾ, ਇੱਕ ਹੁੰਦਾ ਆਵਰਤ, ਵਰਤਨ ਤੋਂ ਰਹਿਤ ਹੋ ਰਹੀ ਹੈ। ਭਾਵ ਇਹਨਾਂ ਨਾਮਾਂ ਨੂੰ ਤੂੰ ਉਚਾਰਦੀ ਨਹੀਂ ਹੈ, ਪਰ ਇਹ ਜੇਵੇ ਤੈਨੂੰ ਚਾਹੀਦਾ ਕਿ ਵਿਸ਼ੇਸ਼ ਕਰਕੇ ਗੋਬਿੰਦ ਦਾਮੋਦਰ ਮਾਧਵੇ ਇਹਨਾਂ ਸ਼ੁੱਧ ਅੱਖਰਾਂ ਨੂੰ ਵਿੱਚ ਤੂੰ ਵਰਤ, ਤੂੰ ਆਵਰਤ ਨਾ ਬਣ। ਵਿਸ਼ੇਸ਼ ਕਰਕੇ ਇਹਨਾਂ ਨਾਮਾਂ ਨੂੰ ਵਰਤਣ ਵਾਲੀ ਬਣ, ਵਰਤਣਾ ਕਰ। ਝਗੜਿਆਂ ਨੂੰ ਛੱਡ ਕੇ ਪ੍ਰਭੂ ਦੇ ਨਾਮਾਂ ਦਾ ਚਿੰਤਨ ਕਰ। ਇੱਥੇ ਸਤਸੰਗ ਵਿੱਚ ਆ ਕੇ ਵਰਤਣਾ ਕਰ। ਸੋ ਜਿਸ ਵਿੱਚ ਸੁੱਧ ਪਵਿੱਤਰ ਆਚਰਣ, ਸੋ ਇਸ ਪ੍ਰਕਾਰ ਛਲਣ ਤੋਂ ਰਹਿਤ ਪਰਮਾਤਮਾ। ਇੱਥੇ ਅਛਣ ਹੈ ਜਿਹੜਾ ਪਾਠ ਹੈ, ਇਹ ਅੰਤਰੀ ਭਾਵ ਇਹਦਾ ਛਲਣ ਤੋਂ ਰਹਿਤ ਪਰਮਾਤਮਾ, ਜਿਹੜਾ ਆਚਰਣ ਛਲਣ ਤੋਂ ਰਹਿਤ, ਖਰਨ ਤੋਂ ਰਹਿਤ, ਜੋ ਅਖਰ ਰੂਪ ਬ੍ਰਹਮ ਹੈ, ਉਹਦੇ ਵਿੱਚ ਵਰਤਣ ਤੋਂ ਤੂੰ ਰਹਿਤ ਹੋ ਰਹੀ ਹੈ। ਗਰਬੰਤ ਨਾਰੀ ਮਦੋਨ ਮਤੰ ਬਲਵੰਤ ਬਲਾਤ ਕਾਰਨ ਹੈ। ਹੁਣ ਮਹਾਰਾਜ ਜੀ ਪਾਵਨ 63ਵਾਂ ਸ਼ਲੋਕ ਫਰਮਾਉਂਦੇ ਹਨ, ਇਹ ਹਰੀ ਲਾਲ ਕ੍ਰਿਸ਼ਨ ਲਾਲ, ਇਹਨਾਂ ਚੰਚਲ ਔਰਤਾਂ ਤੋਂ ਬਚ ਕੇ ਰਹਿਣਾ ਚਾਹੀਦਾ, ਕਿਉਂਕਿ ਪਰਮਾਤਮਾ ਤੋਂ ਭੁੱਲੀਆਂ ਹੋਈਆਂ ਇਹ ਔਰਤਾਂ ਮਦੋਨ ਮਤੰਗ, ਇਹ ਮਦ ਉਨਮਤੰਗ ਭਾਵ ਕਾਮ ਦੀ ਮਸਤੀ ਕਰਕੇ ਆਪਣੇ ਸਰੀਰ ਦਾ ਗਰਬੰਤ ਹੰਕਾਰ ਕਰਦੀਆਂ ਨੇ। ਅਤੇ ਬਲ ਵਾਲਿਆਂ ਪੁਰਸ਼ਾਂ ਨੂੰ ਵੀ ਇਹ ਔਰਤਾਂ ਬਲਾਦ ਭਾਵ ਬਲਾਈ ਦਾ ਕਾਰਨ ਹਨ, ਭਾਵ ਬਲ ਵਾਲਿਆਂ ਨੂੰ ਵੀ ਨਹੀਂ ਛੱਡਦੀਆਂ। ਇਹ ਔਰਤਾਂ ਮਨੁੱਖ ਦੇ ਬਲਾਤ ਬਲ ਦਾ ਵੀ ਅੰਤ ਕਰਨ ਵਾਲੀਆਂ ਹਨ। ਜਿਵੇਂ ਪ੍ਰਾਸ਼ਦ ਇਖੀ ਵਰਗਿਆਂ ਨੂੰ ਸਿੱਟ ਲਿਆ ਜਾ ਕੇ
ਸ੍ਰਿੰਗੀ ਰਿਖੀ ਵਰਗਿਆਂ ਨੂੰ ਸਿੱਟ ਲਿਆ ਜਾ ਕੇ, ਜੈਮਿਨ ਮੁਨੀ ਨੂੰ ਸਿੱਟ ਲਿਆ ਜਾ ਕੇ, ਨਾਰਦ ਮੁਨੀ ਨੂੰ ਵੀ ਉਲਟਾ ਸਿੱਟਿਆ ਜਾ ਕੇ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਵਧਾਨ। ਤਾਈਓ ਤਾਂ ਮਹਾਰਾਜ ਨੇ ਕਾਫੀ ਸੁਚੇਤਤਾ ਕੀਤਾ ਹੈਗਾ ਬਈ ਇਹ ਜਿਹੜੇ ਇਹਨਾਂ ਦੇ ਚਰਿੱਤਰ ਹੁੰਦੇ ਨੇ ਵੱਧ ਚੱਲਣ ਔਰਤਾਂ ਦੇ, ਉਹਨਾਂ ਦੀ ਗੱਲ ਕਰਦੇ ਨੇ। ਉਹ ਤਾਈਓ ਇੰਨੇ ਚਰਿੱਤਰ ਲਿਖ ਕੇ ਸਮਝਾਇਆ ਹੋਇਆ ਮਹਾਰਾਜ ਨੇ ਕਿ ਸੰਭਲ ਕੇ ਰਹੋ। ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣਾ। ਇੱਥੇ ਆਪਣੀ ਪਤਨੀ ਦੀ ਗੱਲ ਨਹੀਂ ਕਰਦੇ। ਕਹਿੰਦੇ ਸੰਸਾਰ ਦੇ ਵਿੱਚ ਇਹ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ, ਇੱਕ ਰਾਹਿੰਦੇ ਰਹਿ ਗਏ, ਇੱਕ ਰਾਧੀ ਗਏ ਉਜਾੜ। ਸੋ ਪਰ ਸੰਪਦਾ ਤੁਮ ਸਕੋ ਨਾ ਦੇਖੀ, ਤੁਮਰੇ ਈਰਖਾ ਕਪਟ ਵਿਸੇਖੀ, ਮਥਤ ਸਿੰਧ ਰੁਦਰੈ ਬੌਰ ਆਇਓ, ਸੁਰ ਨਰ ਪ੍ਰੇਰ ਬਿਖ ਪਾਨ ਕਰਾਇਓ। ਇਸ ਕਰਕੇ ਇਹ ਜਿਹੜਾ ਹੈ ਸੰਸਾਰ ਦੇ ਅੰਦਰ ਬਹੁਤ ਸਾਰੇ ਕਰਮ ਐਸੇ ਹਨ, ਇਹਨਾਂ ਤੋਂ ਸਾਵਧਾਨ ਕਰਦੇ ਹਨ। ਕਿਉਂਕਿ ਇਸ ਤਰ੍ਹਾਂ ਨਾਰਦ ਵਰਗੇ ਤਿਆਗੀ ਤੇ ਵਿਰਕਤ ਵੀ ਕਾਮਦੇਵ ਨੇ ਆਪਣੇ ਵੱਸ ਵਿੱਚ ਕਰ ਲਏ ਹਨ। ਚਰਨ ਕਮਲ ਨਹਿ ਭਜੰਤ, ਤ੍ਰਿਣ ਸਮਾਨ ਤ੍ਰਿਗ ਜਨਮ ਨ ਹੈ। ਇਹ ਇਸਤਰੀਆਂ ਕੱਖਾਂ ਦੇ ਸਮਾਨ ਤੁੱਛ ਹਨ, ਪਰ ਆਪਣੇ ਸੁੰਦਰ ਸਰੂਪ ਵਿੱਚ ਮਸਤ ਹੋ ਕੇ ਪ੍ਰਭੂ ਦੇ ਚਰਨ ਕਮਲਾਂ ਨੂੰ ਨਹੀਂ ਭਜਦੀਆਂ। ਇਸ ਵਾਸਤੇ ਇਹਨਾਂ ਦੇ ਮਨੁੱਖ ਜਨਮ ਨੂੰ ਤ੍ਰਿਕਾਰ। ਅੰਤਰੀ ਭਾਵ 'ਚ ਕੀ ਕਹਿੰਦੇ ਨੇ? ਗਰਬੰਤ ਨਾਰੀ ਮਦੋਨ ਮਤੰਗ, ਬਲਵੰਤ ਬਲਾਤ ਕਾਰਨ ਹੈ। ਹੁਣ ਬੰਦਿਆਂ ਤੇ ਕਹਿੰਦੇ ਇਹ ਜੀਵ ਆਪਣੀਆਂ ਸੁੰਦਰ ਔਰਤਾਂ ਦਾ ਗਰਬੰਤ ਹੰਕਾਰ ਕਰਦੇ ਆ, ਤੇ ਇਸ ਤਰ੍ਹਾਂ ਕਹਿੰਦੇ ਆ ਕਿ ਅਸੀਂ ਔਰਤਾਂ ਨੂੰ ਵਸ ਵਿੱਚ ਕੀਤਾ ਹੋਇਆ। ਮਦ ਉਨਮਤੰਗ, ਕਾਮ ਵਿਸ਼ੇ 'ਚ ਮਸਤ ਹੋ ਰਹੇ ਹਨ ਤੇ ਬੜੇ ਬਲ ਵਾਲੇ ਹੋ ਕੇ ਜ਼ਬਰਦਸਤੀ ਗਰੀਬ ਲੋਕਾਂ ਨੂੰ ਬੇਨਿਆਈ ਦੁੱਖ ਦੇ ਕੇ ਅਨਾਥਾਂ ਮਜ਼ਲੂਮਾਂ ਵਾਸਤੇ ਬਲਾਈਆਂ ਦਾ ਕਾਰਨ ਬਣ ਰਹੇ ਨੇ। ਚਰਨ ਕਮਲ ਨਹਿ ਭਜੰਤ, ਤ੍ਰਿਣ ਸਮਾਨ ਤ੍ਰਿਗ ਜਨਮ ਨ ਹੈ। ਜੋ ਐਸੇ ਹੰਕਾਰੀ ਬੰਦੇ ਤ੍ਰਿਣ ਸਮਾਨ ਤੁੱਛ ਹਨ, ਉਹ ਪ੍ਰਭੂ ਦੇ ਚਰਨ ਕਮਲਾਂ ਨੂੰ ਭਜਦੇ ਨਹੀਂ। ਇਸ ਵਾਸਤੇ ਉਹਨਾਂ ਦੇ ਮਨੁੱਖ ਜਨਮ ਤ੍ਰਿਗਾਕਾਰ ਹੈ। ਅਥਵਾ ਇਹ ਵੀ ਇਸ਼ਾਰਾ ਕੀਤਾ ਹੈ ਕਿ ਬਹੁਤ ਸਾਰੇ ਲੋਕ ਬਲਾਤਕਾਰ ਹੈ, ਜ਼ੋਰੋ ਜਬਰੀ ਕਰਦੇ ਹਨ, ਮਾੜੇ ਕਰਮ ਦੇ ਵਿੱਚ ਗਰੀਬਾਂ ਦੀ ਇੱਜ਼ਤ ਲੁੱਟਦੇ ਹਨ, ਕਦੇ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ। ਉਹਨਾਂ ਨੂੰ ਵੀ ਬਹੁਤ ਭਾਰੀ ਸਜ਼ਾ ਮਿਲਦੀ ਜਮਦੂਤਾਂ ਵੱਲੋਂ। ਹੇ ਪਪੀਲਕਾ ਗ੍ਰਸਟੇ, ਗੋਬਿੰਦ ਸਿਮਰਨ ਤੋਇੰ ਧਨੇ। ਪਾਵਨ ਬਚਨ ਫਰਮਾਉਂਦੇ ਹਨ ਸਤਿਗੁਰੂ ਮਹਾਰਾਜ। ਸੋ ਧੰਨੇ ਨਹੀਂ ਕਰਨਾ ਪਾਠ। ਹੇ ਪਪੀਲਕਾ ਗ੍ਰਸਟੇ, ਗੋਬਿੰਦ ਸਿਮਰਨ ਤੋਇੰ ਧਨੇ। ਹੇ ਪਪੀਲਕਾ, ਸੋ ਜਿਹਵੇ ਗ੍ਰਸਟੇ ਭਾਰੀ, ਗੋਬਿੰਦ ਦੇ ਸਿਮਰਨ ਕਰਨ ਨਾਲ ਤੂੰ ਧਨਤਾ ਯੋਗ ਹੈ। ਇਹ ਨਿਮਰਤਾ ਵਾਲੀ ਜੀਵ ਰੂਪ ਪਪੀਲਕਾ ਮਤਲਬ ਹੁੰਦੀ ਕੀੜੀ। ਇਹ ਕੀੜੀਏ, ਪਪੀਲਕਾ ਭਾਵ ਕੀੜੀਏ, ਤਾਂ ਤੂੰ ਧਨਤਾ ਯੋਗ ਹੋ ਸਕਦੀ ਹੈ ਜੇ ਤੂੰ ਦੇਸ਼ ਕਾਲ ਵਸਤੂ ਪ੍ਰਛੇਦ ਭੇਦ ਤੋਂ ਰਹਿਤ ਉਹ ਜੋ ਬਹੁਤ ਭਾਰੀ ਗੋਬਿੰਦ ਪਰਮੇਸ਼ਰ ਆ ਉਹਦਾ ਸਿਮਰਨ ਕਰੇ। ਅਨਿਕ ਨਾਨਕ ਅਨਿਕ ਬਾਰ ਨਮੋ ਨਮਹਿ, ਨਾਨਕ ਅਨਿਕ ਬਾਰ ਨਮੋ ਨਮਹਿ। ਮਹਾਰਾਜ ਕਥਨ ਕਰਦੇ ਹੇ ਹਰੀ ਲਾਲ ਕ੍ਰਿਸ਼ਨ ਲਾਲ, ਅਸੀਂ ਤਾਂ ਉਸ ਵਾਹਿਗੁਰੂ ਅੱਗੇ ਅਨੇਕਾਂ ਵਾਰ ਨਮੋ ਨਮਹਿ ਨਮਸਕਾਰਾਂ ਕਰਦੇ। ਨਮੋ ਨਮਹਿ ਨਮੋ ਨਮਹਿ ਜਾਪ ਸਾਹਿਬ ਦੇ ਵਿੱਚ ਕੀਤੀਆਂ ਮਹਾਰਾਜ ਨਮਸਕਾਰਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਦਿ ਗੁਰੇ ਨਮਹਿ, ਜੁਗਾਦ ਗੁਰੇ ਨਮਹਿ, ਸਤਿਗੁਰੇ ਨਮਹਿ, ਸ੍ਰੀ ਗੁਰਦੇਵੇ ਨਮਹਿ। ਇਸ ਪ੍ਰਕਾਰ ਜਾਪ ਸਾਹਿਬ ਦੇ ਵਿੱਚ ਵੀ ਕੀਤੀਆਂ ਮਹਾਰਾਜ ਨਮਸਕਾਰ ਕੀਤੀ ਹੈ। ਜੋ ਅਗਲਾ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ ਸ਼ਲੋਕ, ਬਿਨਵੰਤ ਨਾਨਕ ਹਰ ਗੁਰ ਦਇਆਰਨ। ਇਹ ਦੋ ਪੰਕਤੀਆਂ ਹਨ। ਅੱਗੇ ਚੌਥੀ ਪੰਕਤੀ ਵਿੱਚ ਮਹਾਰਾਜ ਨੇ ਬਚਨ ਲਿਖਿਆ ਹੈ ਕਿ ਸਤਿਗੁਰੂ ਦੇਵ ਜੀ ਕਹਿੰਦੇ ਆ, ਹੇ ਹਰੀ ਲਾਲ ਕ੍ਰਿਸ਼ਨ ਲਾਲ, ਜੇ ਹਰੀ ਸਰੂਪ ਗੁਰੂ ਸਾਹਿਬ ਜੀ ਦਿਆਲ ਹੋ ਜਾਣ ਤਾਂ ਫੇਰ ਕੀ ਹੁੰਦਾ ਜੀ? ਫਿਰ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਤ੍ਰਿਣੰ ਤਾਂ ਮੇਰੰ, ਸਹਿਕੰ ਤਾਂ ਹਰੀਅੰ, ਬੂਡੰ ਤਾਂ ਤਰੀਅੰ, ਊਣੰ ਤਾਂ ਭਰੀਅੰ। ਸੋ ਇਸ ਪ੍ਰਕਾਰ ਫਰਮਾਉਣੇ, ਤ੍ਰਿਣੰ ਤਾਂ ਕੱਖ ਤੋਂ ਵੱਡਾ ਮੇਰੰ ਸੁਮੇਰ ਪਰਬਤ ਬਣ ਜਾਂਦਾ, ਭਾਵ ਗਰੀਬ ਬੰਦਾ ਬਾਦਸ਼ਾਹ ਬਣ ਜਾਂਦਾ ਜੇ ਹਰੀ ਸਰੂਪ ਸਤਿਗੁਰੂ ਦਿਆਲੂ ਹੋ ਜਾਣ। ਸੋ ਸਹਿਕੰ ਤਾਂ ਹਰੀਅੰ, ਸੁੱਕੇ ਕਮਲਾਏ ਹੋਏ ਪੁਰਸ਼ ਹਰੇ ਭਰੇ ਹੋ ਜਾਂਦੇ ਹਨ। ਸੂਕੇ ਹਰੇ ਕੀਏ ਖਿਨ ਮਾਹੇ, ਅੰਮ੍ਰਿਤ ਦ੍ਰਿਸ਼ਟ ਸੰਚ ਜੀਵ ਆਏ। ਇਹ ਸ਼ਬਦ ਗੌੜੀ ਰਾਗ ਦੇ ਵਿੱਚ 191 ਅੰਗ ਤੇ ਆਇਆ ਸੀ ਪਿੱਛੇ। ਡੁੱਬਦੇ ਹੋਏ ਪੁਰਸ਼ ਤਰ ਜਾਂਦੇ ਨੇ, ਊਣੰਤ ਖਾਲੀ ਬੰਦੇ ਧਨ ਮਾਲ ਨਾਲ ਭਰ ਜਾਂਦੇ ਨੇ, ਉਹਨਾਂ ਤੇ ਗੁਰੂ ਸਾਹਿਬ ਦੀ ਕਿਰਪਾ ਹੋ ਜਾਂਦੀ ਹੈ। ਤ੍ਰਿਣੰ ਹੁੰਦਾ ਜਿਵੇਂ ਕੱਖ ਹੁੰਦਾ, ਮੇਰੰ ਸੁਮੇਰ ਪਰਬਤ, ਸੈਕੰ ਜਿਹੜਾ ਹੁੰਦਾ ਸਿਹਾ, ਤੇ ਹਰੀਅੰ ਜਿਹੜਾ ਹੁੰਦਾ ਭਾਵ ਸ਼ੇਰ। ਇਸ ਪ੍ਰਕਾਰ ਇਹ ਬਚਨ ਫਰਮਾਏ ਹਨ ਮਹਾਰਾਜ ਨੇ। ਅੰਧਕਾਰ ਕੋਟ ਸੂਰ ਉਜਾਰੰ, ਬਿਨਵੰਤ ਨਾਨਕ ਹਰ ਗੁਰ ਦਇਆਰੰ। ਅੰਧਕਾਰ ਕੋਟ ਸੂਰ ਉਜਾਰੰ,
ਪ੍ਰਤੱਖ ਹਨੇਰੇ ਵਿੱਚ ਕਰੋੜਾਂ ਹੀ ਸੂਰਜਾਂ ਦਾ ਉਜਾਰੰਗ ਚਾਨਣ ਹੋ ਜਾਂਦਾ ਹੈ। ਮਹਾਰਾਜ ਉਚਾਰਦੇ, ਜੇ ਹਰੀ ਸਰੂਪ ਗੁਰੂ ਸਾਹਿਬ ਜੀ ਦਿਆਲੂ ਹੋ ਜਾਣ, ਬਿਨਵੰਤ ਨਾਨਕ ਹਰ ਗੁਰ ਦਇਆਰੰਗ। ਹੁਣ ਫਰਮਾਉਂਦੇ ਹਨ, ਭਾਵ ਅਰਥ ਦੂਸਰਾ ਇਹ ਹੈ, ਤ੍ਰਿਣੰ ਤਾਂ ਮੇਰੰ ਸਹਿਕੰ ਤਾਂ ਹਰੀਅੰ। ਤ੍ਰਿਣ ਕੱਖ ਦੇ ਸਮਾਨ ਆਪਣੇ ਆਪ ਨੂੰ ਕਰਤਾ ਭੁਗਤਾ ਮੰਨਣ ਵਾਲਾ ਅਲਪਗ ਜੀਵ, ਸਰਬ ਸ਼ਕਤੀਵਾਨ ਮੇਰੰ। ਸੁਮੇਰ ਪਰਬਤ ਵਾਂਗੂ ਆ ਚੱਲ, ਜੋ ਈਸ਼ਵਰ ਹੈ ਉਹਦਾ ਸਰੂਪ ਹੋ ਜਾਂਦਾ। ਸੋ ਕੱਖ ਦੀ ਤਰ੍ਹਾਂ ਵਾਸ਼ਨਾ ਰੂਪ ਪਾਉਣ ਨਾਲ ਉੱਡਣ ਵਾਲਾ ਜੋ ਜੀਵ ਤੁੱਛ ਜਿਹਾ ਹੈ, ਉਹ ਸੁਮੇਰ ਪਰਬਤ ਵਾਂਗੂ ਚੱਲ ਹੋ ਜਾਂਦਾ ਹੈ। ਸਹਿਕੰ ਤਾਂ ਹਰੀਅੰ, ਜਿਨ੍ਹਾਂ ਦਾ ਅੰਤःਕਰਨ ਸੁੱਕਾ ਹੁੰਦਾ ਹੈ, ਉਹਨਾਂ ਦਾ ਅੰਤःਕਰਨ ਸ਼ੁਭ ਗੁਣਾਂ ਤੇ ਪ੍ਰੇਮ ਕਰਕੇ ਹਰਿਆ ਭਰਿਆ ਹੋ ਜਾਂਦਾ। ਜੋ ਜੀਵ ਆਪਣੇ ਆਪ ਨੂੰ ਸਹਿਕੰ ਤਾਂ ਭਾਵ ਹੁੰਦਾ ਸਹੇ, ਭਾਵ ਖਰਗੋਸ਼ ਵਾਂਗੂ ਅਲਪਗ ਮੰਨੀ ਬੈਠਾ, ਉਹ ਹਰੀਅੰ ਸ਼ੇਰ ਵਾਂਗੂ ਭਾਵ ਸੁੱਧ ਬ੍ਰਹਮ ਹੋ ਜਾਂਦਾ। ਬੂਡੰ ਤਾਂ ਹਰੀਅੰ, ਬੂਡੰ ਤਾਂ ਤਰੀਅੰ, ਊਣੰ ਤਾਂ ਭਰੀਅੰ। ਸੋ ਇਸ ਪ੍ਰਕਾਰ ਜੋ ਸੰਸਾਰ ਸਮੁੰਦਰ 'ਚ ਡੁੱਬ ਰਹੇ ਆ, ਉਹ ਤਰ ਜਾਂਦੇ ਆ। ਜੋ ਸ਼ੁਭ ਗੁਣਾਂ ਤੋਂ ਊਣੰ ਤਾਂ ਕੀ ਹੁੰਦਾ, ਤਰ ਜਾਂਦੇ ਨੇ। ਊਣੰ ਜਿਹੜੇ ਖਾਲੀ ਹੁੰਦੇ ਨੇ, ਉਹ ਸ਼ੁਭ ਗੁਣਾਂ ਨਾਲ ਭਰ ਜਾਂਦੇ ਨੇ। ਅੰਧਕਾਰ ਕੋਟ ਸੂਰ ਉਜਾਰੰ, ਅਗਿਆਨ ਰੂਪ ਹਨੇਰੇ ਵਿੱਚ ਕਰੋੜਾਂ ਸੂਰਜਾਂ ਦੇ ਸਮਾਨ ਗਿਆਨ ਦਾ ਉਜਾਰੰਗ ਪ੍ਰਕਾਸ਼ ਹੋ ਜਾਂਦਾ। ਬਿਨਵੰਤ ਨਾਨਕ ਹਰ ਗੁਰ ਦਇਆਰੰਗ। ਸਤਿਗੁਰੂ ਮਹਾਰਾਜ ਬੇਨਤੀ ਪੂਰਵਕ ਉਚਾਰਦੇ, ਜੇਕਰ ਹਰੀ ਸਰੂਪ ਗੁਰੂ ਸਾਹਿਬ ਕਿਰਪਾਲੂ ਹੋ ਜਾਣ ਤਾਂ ਇਹ ਪਿੱਛੇ ਕਈਆਂ ਸਾਰੀਆਂ ਗੱਲਾਂ ਬਣ ਜਾਂਦੀਆਂ ਗੁਰੂ ਦੀ ਕਿਰਪਾ ਨਾਲ। ਫਿਰ ਬੇਨਤੀ ਕੀਤੀ ਹੈ, ਮਹਾਰਾਜ ਬ੍ਰਾਹਮਣ ਕੁਲ ਵਿੱਚ ਸਭ ਤੋਂ ਉੱਚੀ ਕਹੀ ਹੈ, ਪਰ ਇਹ ਦੱਸੋ ਇਹਨਾਂ ਦੇ ਸੰਗ ਕਰਕੇ ਤਰਨਾ ਹੁੰਦਾ ਕਿ ਨਹੀਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਪਾਵਨ ਬਚਨ, ਬ੍ਰਾਹਮਣ ਹੈ ਸੰਗ ਉਦੜੰ ਬ੍ਰਹਮ ਕਰਮ ਜੇ ਪੂਰਨ ਹੈ। ਮਹਾਰਾਜ ਕਹਿਣ ਲੱਗੇ, ਹੈ ਹਰੀ ਲਾਲ ਕ੍ਰਿਸ਼ਨ ਲਾਲ, ਉਹਨਾਂ ਬ੍ਰਾਹਮਣਾਂ ਦੇ ਸੰਗ ਕਰਕੇ ਸੰਸਾਰ ਸਾਗਰ ਤੋਂ ਤਰਨਾ ਹੁੰਦਾ ਹੈ ਜਿਹੜੇ ਬ੍ਰਹਮ ਦੀ ਪ੍ਰਾਪਤੀ ਰੂਪ ਕਰਮਾਂ ਕਰਕੇ ਪੂਰਨ ਹਨ। ਬ੍ਰਹਮ ਬਿੰਦ ਹੈ ਤੇ ਬ੍ਰਾਹਮਣਾ ਜੇ ਚੱਲੈ ਸਤਿਗੁਰ ਭਾਏ। ਬ੍ਰਹਮ ਬਿੰਦ ਹੈ ਤਿਸ ਦਾ ਬ੍ਰਹਮਤਰ ਹੈ, ਏਕ ਸ਼ਬਦ ਲਿਵ ਲਾਏ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਹੈ, ਜੋ ਹਰ ਹਿਰਦੈ ਸਦਾ ਵਸਾਏ। ਕਬੀਰ ਜੀ ਵੀ ਫਰਮਾਉਂਦੇ ਹਨ, ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ, ਸੋ ਬ੍ਰਾਹਮਣ ਕਹੀਅਤ ਹੈ ਹਮਾਰਾ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ, ਆਤਮ ਰਤੰ ਸੰਸਾਰ ਗਹੰ ਤੇ ਨਰ ਨਾਨਕ ਨਿਹਫਲ ਹੈ। ਮਹਾਰਾਜ ਫਰਮਾਉਂਦੇ, ਜਿਹੜੇ ਪੁਰਖ ਆਤਮ ਰਤਨ ਮਨ ਦੀ ਪ੍ਰੀਤੀ ਕਰਕੇ ਸੰਸਾਰ ਦੇ ਪਦਾਰਥਾਂ ਨੂੰ ਗਹਨ ਤੇ ਗ੍ਰਹਿਣ ਕਰਦੇ ਹਨ, ਸੋ ਇਸ ਪ੍ਰਕਾਰ ਉਹਨਾਂ ਦਾ ਸੰਸਾਰ ਵਿੱਚ ਜਿਉਣਾ ਨਿਸਫਲ ਹੀ ਹੈ। ਆਤਮ ਰਤਨ ਸੰਸਾਰ ਗਹੰ ਤੇ ਨਰ ਨਾਨਕ ਨਿਹਫਲ ਹੈ। ਉਹ ਜਿਹੜੇ ਬੰਦੇ ਨੇ ਗਹਨ ਗ੍ਰਹਿਣ ਕਰਦੇ ਹਨ, ਉਹਨਾਂ ਦਾ ਸੰਸਾਰ ਵਿੱਚ ਤੇ ਉਹਨਾਂ ਬੰਦਿਆਂ ਦਾ ਆਉਣਾ ਨਿਸਫਲ ਹੀ ਹੈ। ਜੋ ਆਤਮ ਹੁੰਦਾ ਦੇਹ ਅਭਿਮਾਨ ਵਿੱਚ ਰਤਨ ਪ੍ਰੀਤੀ ਕਰਦਾ ਤੇ ਸੰਸਾਰ ਨੂੰ ਸੱਤ ਜਾਣ ਕੇ ਗਹਨ ਗ੍ਰਹਿਣ ਕਰਦਾ, ਤੇ ਉਹਨਾਂ ਦਾ ਜਿਹੜਾ ਜਨਮ ਹੈ ਨਿਸਫਲ ਹੀ ਹੈ। ਜੋ ਪੁਰਸ਼ ਆਤਮ ਰਤਨ ਆਤਮਾ ਨਾਲ ਪ੍ਰੀਤੀ ਕਰਦੇ ਹਨ, ਉਹ ਤਾਂ ਛੁੱਟ ਜਾਂਦੇ ਹਨ, ਤੇ ਜੋ ਸੰਸਾਰ ਦੇ ਪਦਾਰਥਾਂ ਨੂੰ ਸੱਚਾ ਜਾਣ ਕੇ ਗਹਨ ਤੇ ਗਹਨ ਪਕੜਦੇ ਨੇ, ਫੜਦੇ ਨੇ, ਤੇ ਜਿਹੜੇ ਹੁੰਦੇ ਨੇ ਉਹਨਾਂ ਦਾ ਮਨੁੱਖਾ ਜਨਮ ਨਿਸਫਲ ਜਾਂਦਾ। ਪਰ ਦਰਬ ਹਿਰਣੰ ਬਹੁ ਵਿਘਨ ਕਰਨੰ ਉਚਰਨੰ ਸਰਬ ਜੀ ਅਕਹਿ। ਇਉਂ ਕਹਿਣਾ ਅਗਲੇ ਨੂੰ ਕਿ ਤੈਨੂੰ ਰਾਹੂ ਕੇਤੀ ਚਿੰਬੜੇ ਹੋਏ ਐ। ਇਹ ਕਹਿ ਕੇ ਜਿਹੜੇ ਪੁਰਸ਼ ਪਰ ਦਰਬ ਪਰਾਇਆ ਧਨ ਹਿਰਣੰ ਚਲਾਉਂਦੇ ਆ ਤੇ ਪਰਾਏ ਕਾਰਜਾਂ 'ਚ ਬਹੁਤ ਸਾਰੇ ਵਿਘਨ ਪਾਉਂਦੇ ਆ, ਭਾਵ ਪੂਰੇ ਨਹੀਂ ਹੋਣ ਦਿੰਦੇ, ਤੇ ਆਪਣੀ ਜੀਵਕ ਹੈ ਉਪਜੀਵਕਾ ਵਾਸਤੇ ਸਾਰੇ ਵੇਦਾਂ ਸ਼ਾਸਤਰਾਂ ਨੂੰ ਆਪਣੀ ਰਸਨਾ ਦੁਆਰੇ ਉਚਾਰਦੇ ਹਨ। ਸਾਰਿਆਂ ਜੀਵਾਂ ਨੂੰ ਉਹ ਵਿਸ਼ੇਸ਼ ਕਰਕੇ ਚਰਨੰ ਚਰ ਜਾਂਦੇ, ਭਾਵ ਦਬਾ ਲੈਂਦੇ ਨੇ, ਜਾਂ ਸਾਰਿਆਂ ਜੀਵਾਂ ਨੂੰ ਮਾੜੀ ਉਚਰਨੰ ਉਚਾਟ ਲਾ ਦਿੰਦੇ ਨੇ। ਇਸ ਕਰਕੇ ਕਈ ਇਹੋ ਜਿਹੇ ਲੋਕ ਆ ਜਿਹੜੇ ਲੋਕਾਂ ਨੂੰ ਗਲਤ ਮਾਰਗ ਪਾਉਂਦੇ ਨੇ। ਜਨਮ ਜਾਏ ਤੇ ਸੂਦਰਾਂ ਸੰਸਕਾਰੋ ਦੇ ਜੂਤਮਾ, ਵੇਦ ਪਾਠੀ ਭਵੇਤ ਵਿਪਰਾ ਬ੍ਰਹਮੰ ਜਨੰਤੀ ਇਤੀ ਬ੍ਰਾਹਮਣ। ਇਹ ਉਹਨਾਂ ਦੇ ਅਸੂਲ ਸਾਰੇ ਦੱਸੇ ਹਨ। ਲਓ ਲਈ ਤ੍ਰਿਸ਼ਨਾ ਅਤਿਪਤ ਮਨ ਮਾਏ। ਸੋ ਅਤਪਤ ਪਾਠ ਨਹੀਂ ਕਰਨਾ, ਅਤਿਪਤ। ਇੱਕ ਹੁੰਦਾ ਤ੍ਰਿਪਤ ਹੋਣਾ, ਇੱਕ ਹੁੰਦਾ ਅਤਿਪਤ। ਲਓ ਲਈ ਭਾਵ ਲਓ ਲਈ ਇਹ ਵੀ ਲੈ ਲਵਾਂ, ਉਹ ਵੀ ਲੈ ਲਵਾਂ, ਇਤਿਆਦ ਤ੍ਰਿਸ਼ਨਾ ਕਰਕੇ ਜਿਨ੍ਹਾਂ ਦਾ ਮਨ ਮਾਇਆ ਵੱਲੋਂ ਅਤਿਪਤ, ਤ੍ਰਿਪਤੀ ਨਹੀਂ ਹੁੰਦਾ, ਸੰਤੋਖ ਨੂੰ ਪ੍ਰਾਪਤ ਨਹੀਂ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਕੀ ਕਹਿੰਦੇ ਨੇ, ਲਓ ਲਈ ਤ੍ਰਿਸ਼ਨਾ ਅਤਿਪਤ ਮਨ ਮਾਏ, ਕਰਮ ਕਰਤ ਸ ਸੂਕਰ ਹੈ। ਸੋ ਇਸ ਪ੍ਰਕਾਰ ਕਰਮ ਕਰਤ ਸੇ ਸੂਕਰ ਹੈ ਜਿਹੜੇ ਹਨ, ਮਹਾਰਾਜ ਫਰਮਾਉਂਦੇ ਸੇ ਸੂਕਰ ਹੈ, ਉਹ ਪੁਰਸ਼ ਹਰ ਵੇਲੇ ਸੂਰਾਂ ਵਾਲੇ ਕਰਮਾਂ ਨੂੰ ਕਰਦੇ ਫਿਰਦੇ ਨੇ। ਸੂਰਾਂ ਦੇ ਸਮਾਨ ਪਰਾਈ ਨਿੰਦਿਆ ਰੂਪ ਵਿਸ਼ਟਾ ਨੂੰ ਫਰੋਲਦੇ ਫਿਰਦੇ ਆ। ਇਸ ਵਾਸਤੇ ਉਹਨਾਂ ਦਾ ਜੰਮਣਾ ਮਰਨਾ ਮਿਟਦਾ ਹੀ ਨਹੀਂ।
ਫਿਰ ਬੇਨਤੀ ਕੀਤੀ ਹਰੀ ਲਾਲ ਕ੍ਰਿਸ਼ਨ ਲਾਲ ਨੇ, ਇਹ ਮਹਾਰਾਜ ਇਹ ਜੀਵ ਕਿਸ ਤਰ੍ਹਾਂ ਸੌਖਾ ਤਰ ਸਕਦਾ ਹੈ ਅਤੇ ਕੀਤੇ ਹੋਏ ਜੀਵ ਦੇ ਸਾਰੇ ਪਾਪ ਜਿਹੜੇ ਆ ਉਹ ਕਿਸ ਤਰ੍ਹਾਂ ਦੂਰ ਹੋ ਸਕਦੇ ਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹੋਏ ਹੁਣ ਸੰਸਕ੍ਰਿਤੀ ਬਾਣੀ ਦੀ ਸਮਾਪਤੀ ਕਰਦੇ ਹਨ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਮਤੇ ਸਮੇਵ ਚਰਣੰ ਉਦੜੰ ਪੈ ਦੁਤਰਹਿ। ਜਿਹੜੇ ਪੁਰਸ਼ ਮੱਤੀ ਕਰਕੇ ਮਸਤ ਹੋ ਕੇ ਵਾਹਿਗੁਰੂ ਦੇ ਚਰਨਾਂ ਦੇ ਧਿਆਨ ਕਰਨ ਵਿੱਚ ਸਮੇਵ ਸਮਾਏ ਹਨ। ਸਮੇਵ ਸਮ ਏਵ ਭਲੀ ਪ੍ਰਕਾਰ ਏਵ ਨਿਸ਼ਚੇ ਪੂਰਵਕ ਜਿਹੜੇ ਪੁਰਸ਼ ਪ੍ਰਭੂ ਦੇ ਚਰਨਾਂ ਦੇ ਧਿਆਨ ਵਿੱਚ ਮਸਤ ਹੋਏ ਹਨ, ਉਹ ਪ੍ਰੇਮੀ ਪੁਰਸ਼ ਭੈਦਾਇਕ ਦੁਤਰਹਿ ਕਠਨ ਸੰਸਾਰ ਸਮੁੰਦਰ ਤੋਂ ਸੋ ਸੌਖੇ ਹੀ ਤਰ ਗਏ ਹਨ। ਅਨੇਕ ਪਾਤਿਕ ਹਰਣੰ ਨਾਨਕ ਸਾਧ ਸੰਗਮ ਨ ਸੰਸਿਆ ਹੈ। ਅਨੇਕ ਪਾਤਿਕ ਹਰਣੰ ਤੇ ਵਿਸ਼ਰਾਮ ਹੈ, ਨਾਨਕ ਤੇ ਜਮਕੀ ਲੱਗਣੀ, ਨਾਨਕ ਸਾਧ ਸੰਗਮ ਨ ਸੰਸਿਆ ਹੈ। ਸੱਸਾ ਉੱਤੇ ਟਿੱਪੀ, ਫਿਰ ਸੱਸਾ ਯਈਆ ਤੇ ਹਾਹਾ ਬੋਲਣ ਵਿੱਚ ਇਹਨੇ ਆਉਣਾ। ਸੱਸੇ ਤੇ ਟਿੱਪੀ, ਸੱਸਾ ਈੜੀ ਸਿਹਾਰੀ ਐੜਾ ਤੇ ਹਾਹਾ ਸੰਸਿਆ ਹੈ। ਮਹਾਰਾਜ ਫਰਮਾਉਂਦੇ ਹੈ ਹਰੀ ਲਾਲ ਕ੍ਰਿਸ਼ਨ ਲਾਲ, ਸੰਤਾਂ ਦਾ ਸੰਗਮ ਮਿਲਾਪ ਜਿਹੜਾ ਹੁੰਦਾ ਉਹ ਅਨੇਕਾਂ ਹੀ ਪਾਤਕ ਪਾਪਾਂ ਦੇ ਹਰਣੰ ਨਾਸ਼ ਕਰਨ ਵਾਲਾ। ਇਸ ਕਥਨ ਵਿੱਚੋਂ ਕੋਈ ਨਾ ਸੰਸਿਆ, ਸੰਦੇਹ ਨਹੀਂ ਭਾਈ, ਸ਼ੰਕਾ ਨਾ ਕਰ। ਇਸ ਵਾਸਤੇ ਤੁਹਾਨੂੰ ਚਾਹੀਦਾ ਹੋਰ ਅਨੇਕਾਂ ਸੰਸਾਰਕ ਧੰਦੇ ਛੱਡ ਕੇ ਸਤ ਸੰਗਤ ਜ਼ਰੂਰ ਕੀਤਾ ਕਰੋ। ਕਬੀਰ ਏਕ ਘੜੀ ਆਧੀ ਘੜੀ ਆਧੀ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਇਸ ਪ੍ਰਕਾਰ ਜਿਹੜੀ ਸਤਸੰਗ ਦੀ ਮਹਿਮਾ ਸੁਖ ਰਾਜੇ ਹਰੀ ਚੰਦ ਕਰ ਨਾਰ ਸੋ ਤਾਰਾ ਲੋਚਨ ਰਾਣੀ। ਸਾਧ ਸੰਗਤ ਮਿਲ ਗਾਵਦੇ ਰਾਤੀ ਜਾਏ ਸੁਣੈ ਗੁਰਬਾਣੀ। ਪਿੱਛੇ ਰਾਜਾ ਜਾਗਿਆ ਅੱਧੀ ਰਾਤ ਨਿਖੰਡ ਵਿਹਾਣੀ, ਰਾਣੀ ਦਿਸ ਨਾ ਆਵੇ ਮਨ ਵਿੱਚ ਵਰਤ ਗਈ ਹੈ ਰਾਣੀ। ਹੋਰਤ ਰਾਤੀ ਉੱਠ ਕੇ ਚੱਲਿਆ ਪਿੱਛੇ ਤਰਲ ਜਵਾਣੀ, ਰਾਣੀ ਪਹੁਤੀ ਸੰਗਤੀ ਰਾਜੇ ਖੜੀ ਖੜਾਉਣੀ ਸਾਣੀ। ਸਾਧ ਸੰਗਤ ਆਰਾਧਿਆ ਜੁੜੀ ਜੋੜੀ ਜੁੜੀ ਖੜਾਉ ਪੁਰਾਣੀ, ਰਾਜੇ ਡਿੱਠਾ ਚਲਤੇ ਹੋ ਇਹ ਖੜਾਮ ਹੈ ਚੋਜ ਵਿਡਾਣੀ। ਸਾਧ ਸੰਗਤ ਵਿਟੋਂ ਕੁਰਬਾਣੀ। ਕੁਰਬਾਨ ਚੱਲ ਕੇ ਜਾਈਏ ਸਤਿਗੁਰੂ ਸੱਚੇ ਪਾਤਸ਼ਾਹ। ਇੱਕ ਸਮੇਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਪਾਸ ਉਗਰ ਸੈਨ ਰਾਮੂ ਤੇ ਦੀਪਾ ਇਹ ਤਿੰਨ ਸਿੱਖ ਚੱਲ ਕੇ ਆਏ ਸੀ ਤੇ ਨਮਸਕਾਰ ਕਰਕੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਆਪ ਕਿਰਪਾ ਕਰਕੇ ਸਾਨੂੰ ਉਹ ਉਪਦੇਸ਼ ਦਿਓ ਜਿਸ ਕਰਕੇ ਸਾਡੀ ਕਲਿਆਣ ਹੋਵੇ। ਤਾਂ ਮਹਾਰਾਜ ਨੇ ਕਿਹਾ ਸਭ ਤੋਂ ਪਹਿਲਾਂ ਆਪਣਾ ਅੰਮ੍ਰਿਤ ਵੇਲਾ ਬਣਾਓ। ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਝਾਲਾਂਗੇ ਉਠ ਨਾਮ ਜਪ ਨਿਸਪਾਸਰੇ ਆਰਾਧ, ਕਾਰਾ ਤੁਝੇ ਨਾ ਵਿਆਪੇ ਨਾਨਕ ਮੇਰਾ ਉਪਾਦ। ਸੋ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਕੇ 4 ਘੜੀਆਂ ਸਤਸੰਗ ਜ਼ਰੂਰ ਕਰਿਆ ਕਰੋ। 4 ਘੜੀਆਂ ਮਤਲਬ ਕਿ 2 ਘੰਟੇ 2-2.5 ਘੰਟੇ ਲਾਉਣੇ ਆ। ਫਿਰ ਗੁਰੂ ਚਰਨਾਂ ਦਾ ਧਿਆਨ ਤੇ ਸ਼ਬਦ ਦੀ ਵਿਚਾਰ ਕਰਕੇ ਫਿਰ ਆਪਣੇ 10 ਨੌਹਾਂ ਦੀ ਕਿਰਤ ਕਮਾਈ ਕਰਕੇ ਆਪ ਵੀ ਖਾਓ, ਜੇ ਕੋਈ ਚੱਲ ਕੇ ਆਵੇ ਉਹਨੂੰ ਵੀ ਖਵਾਓ ਤੇ ਤੁਹਾਡੀ ਕਲਿਆਣ ਹੋਵੇਗੀ। ਸੋ ਮਹਾਰਾਜ ਨੇ ਵਚਨ ਕੀਤਾ ਸੀ ਉਹਨਾਂ ਦੇ ਤਾਈਂ ਕਿ ਅੰਮ੍ਰਿਤ ਵੇਲਾ ਕਰਿਓ ਇਸ਼ਨਾਨ, ਗੁਰ ਕੋ ਸ਼ਬਦ ਪਠੋ ਕਰ ਧਿਆਨ। ਅਰਥ ਵਿਚਾਰ ਉਚਾਰਨ ਕਰੀਐ ਕਿਦੋਂ ਸੁਨੋ ਕਰ ਨਿਰਣੈ ਧਰੀਐ। ਚਤੁਰ ਘਟੀ ਸਭ ਕਾਜ ਵਿਸਾਰੋ, ਅਰਥ ਸੁਨੋ ਕਹਿ ਆਪ ਉਚਾਰੋ। ਸਲਤਾ ਮੈਂ ਨੌਕਾ ਬਹੁ ਭਰੀਅਤ, ਚਤਰੰਗਲ ਜਲ ਬਹਿਰ ਨਿਹਰੀਅਤ। ਜਿਵੇਂ ਕਹਿੰਦੇ ਨੇ ਨਦੀ ਦੇ ਵਿੱਚ ਨੌਕਾ ਜਦੋਂ ਤਰਦੀ 4 ਕੁੰਗਲਾਂ ਹੀ ਬਾਹਰ ਹੁੰਦੀ, ਬਾਕੀ ਸਾਰੀ ਪਾਣੀ 'ਚ ਹੁੰਦੀ, ਫਿਰ ਵੀ ਬੰਦਾ ਤਰ ਜਾਂਦਾ। ਗ੍ਰਸਤੀ ਬੰਦੇ ਲਈ ਸਵੇਰੇ ਸ਼ਾਮ ਜਿਵੇਂ ਕੜਾਹਾ ਚੱਕਣ ਲਈ 2 ਕੁੰਡੇ ਹੀ ਬੜੇ ਹੁੰਦੇ ਨੇ, ਇੱਕ ਕੁੰਡਾ ਉੱਧਰੋਂ ਫੜਿਆ ਇੱਕ ਉੱਧਰੋਂ ਫੜਿਆ, ਸਾਰਾ ਕੜਾਹਾ ਚੱਕਿਆ ਜਾਂਦਾ। ਸਵੇਰੇ 5 ਬਾਣੀਆਂ, ਸ਼ਾਮ ਨੂੰ ਰਹਿ ਰਾਸ ਰਾਤ ਕੀਰਤਨ ਸੋਹਲਾ ਤੇ ਸਿਮਰਨ ਕਰਨਾ 2 ਘੜੀਆਂ 4 ਘੜੀਆਂ। ਇਸ ਪ੍ਰਕਾਰ ਤਰ ਜਾਂਦਾ। ਭਰੀ ਪਾਰਸੋਂ ਉਤਰੈ ਪਾਰ ਤਿਮ ਜਗ ਕਾਰਜ ਕੇ ਵਿਵਹਾਰ। ਨਿਸ ਦਿਨ ਕਰਿਓ ਧਰਮ ਕੀ ਕਿਰਤ, ਚਤੁਰ ਘਟੀ ਦਿਓ ਗੁਰ ਮੈਂ ਬਿਰਤ। ਸੋ ਇਸ ਪ੍ਰਕਾਰ ਸਿਆਣੇ ਨੇ ਕਿਹਾ 64 ਫੁੱਟ ਜਹਾਜ਼ ਹੈ, 60 ਫੁੱਟ ਪਾਣੀ ਮਾਹੇ, 4 ਫੁੱਟ ਬਾਹਰ ਰਹਿ, ਕਬਹੂ ਡੋਲਤ ਡੂਬਤ ਨਾਹੇ। 64 ਘੜੀ ਦਿਨ ਰਾਤ ਕੀ, 60 ਘੜੀ ਕਰੋ ਕਾਰ, 4 ਘੜੀ ਸਤਸੰਗ ਕਰੋ, ਭਾਵ ਨਿਧ ਉਤਰੋ ਪਾਰ। ਸੋ ਇਸ ਪ੍ਰਕਾਰ ਇਹ ਸਹਿਸਕ੍ਰਿਤੀ ਸ਼ਲੋਕ ਸਮਾਪਤ ਕੀਤੇ ਨੇ। 4 ਸ਼ਲੋਕ ਗੁਰੂ ਨਾਨਕ ਦੇਵ ਜੀ ਦੇ ਪਹਿਲਾਂ ਸ਼ਰਵਣ ਕੀਤੇ ਆ। 67 ਸ਼ਲੋਕ ਗੁਰੂ ਅਰਜਨ ਦੇਵ ਦੇ ਮਹਾਰਾਜ ਦੇ ਆਏ ਨੇ। ਕੁੱਲ 71 ਸ਼ਲੋਕ ਸ਼ਰਵਣ ਕੀਤੇ ਹਨ।